ਪਿਆਰੇ ਵਿਦਿਆਰਥੀਓ, ਉਮੀਦ ਹੈ ਤੁਸੀਂ ਆਪਣੇ ਘਰਾਂ ਵਿੱਚ ਠੀਕ ਠਾਕ ਹੋਵੋਗੇ ਅਤੇ ਆਪਣੀ ਸਿਹਤ ਦਾ ਧਿਆਨ ਰੱਖ ਰਹੇ ਹੋਵੋਗੇ। ਬੱਚਿਓ, ਆਨਲਾਈਨ ਕਲਾਸਿਸ ਐਂਡ ਵੀਡੀਓ ਸੈਸ਼ਨਸ ਦੇ ਵਿੱਚ ਅਸੀਂ ਕਰ ਰਹੇ ਸੀ ਦਫ਼ਤਰੀ ਸ਼ਬਦਾਵਲੀ। 3 ਵੀਡੀਓਜ਼ ਇਹਦੇ ਤੁਹਾਨੂੰ ਪ੍ਰਾਪਤ ਹੋ ਚੁੱਕੇ ਹੈ। ਸਿਰਫ ਦਫ਼ਤਰੀ ਸ਼ਬਦਾਵਲੀ ਵਾਸਤੇ ਇਹ ਚੌਥਾ ਅਤੇ ਆਖਰੀ ਵੀਡੀਓ ਹੈ। ਐਂਡ ਮੈਂ ਤੁਹਾਨੂੰ ਦੱਸ ਦਿਆਂ ਕਿ ਇਹਨਾਂ ਚਾਰੋਂ ਵੀਡੀਓਜ਼ ਦੇ ਵਿੱਚ ਪੂਰੀ ਦਫ਼ਤਰੀ ਸ਼ਬਦਾਵਲੀ ਕਵਰ ਕੀਤੀ ਗਈ ਹੈ ਅਤੇ ਇਹਨਾਂ ਦੇ ਵਿੱਚੋਂ 5 ਨੰਬਰ ਦੀ ਜਿਹੜੀ ਹੈ ਦਫ਼ਤਰੀ ਸ਼ਬਦਾਵਲੀ ਤੁਹਾਨੂੰ ਪੇਪਰ ਦੇ ਵਿੱਚ ਆਏਗੀ ਅਕੋਰਡਿੰਗ ਟੂ ਬੋਰਡ ਪੈਟਰਨ, ਅਤੇ ਪੀਰੀਓਡਿਕ ਦੇ ਵਿੱਚ ਵੀ ਅਸੀਂ ਇਸ ਨੂੰ ਇੱਦਾਂ ਹੀ ਕੰਸੀਡਰ ਕਰਾਂਗੇ। ਤਾਂ ਬੱਚਿਓ, ਸਾਡਾ ਪਹਿਲਾ ਸ਼ਬਦ ਹੈ ਮੈਮੋਰੈਂਡਮ। ਮੈਮੋਰੈਂਡਮ ਮੀਨਸ ਯਾਦ ਪੱਤਰ। ਜਦੋਂ ਕਿਸੇ ਅਧਿਕਾਰੀ ਨੂੰ ਸਾਡੀਆਂ ਮੰਗਾਂ ਪ੍ਰਤੀ ਜਾਂ ਸਾਡੀ ਜੋ ਵੀ ਅਸੀਂ ਰਿਕੁਐਸਟ ਹੈ, ਅਰਜ਼ੀ ਹੈ ਦਿੱਤੀ ਹੈ, ਉਹ ਯਾਦ ਕਰਵਾਉਣ ਲਈ ਇੱਕ ਹੋਰ ਚਿੱਠੀ ਜਾਰੀ ਕੀਤੀ ਜਾਂਦੀ ਹੈ, ਤੁਹਾਨੂੰ ਅਸੀਂ ਕਹਿੰਦੇ ਹਾਂ ਮੈਮੋਰੈਂਡਮ ਜਾਂ ਯਾਦ ਪੱਤਰ। ਮਿਨੀਮਮ ਘੱਟੋ ਘੱਟ ਤੁਸੀਂ ਰੋਜ਼ਮर्रा ਦੀ ਜ਼ਿੰਦਗੀ ਵਿੱਚ ਇਹ ਸ਼ਬਦ ਵਰਤਦੇ ਹੋ ਕਿ ਉਹਦੇ ਕਿ ਸਾਡੇ ਪੇਪਰ 'ਚ ਮਿਨੀਮਮ ਮਾਰਕਸ ਜਿਹੜੇ ਹੈ ਇੰਨੇ ਹੈ। ਠੀਕ ਹੈ। ਨੈਕਸਟ ਹੈ ਮਿਨਿਸਟਰੀਅਲ ਸਟਾਫ, ਦਫ਼ਤਰੀ ਅਮਲਾ ਜੋ ਕੰਮ ਕਰਦਾ ਹੈ ਦਫ਼ਤਰ ਦੇ ਵਿੱਚ, ਮਿਨਿਸਟਰੀ ਸਟਾਫ। ਨੈਕਸਟ ਹੈ ਮਿਸ ਐਪਰੋਪ੍ਰੀਏਸ਼ਨ। ਮਿਸ ਐਪਰੋਪ੍ਰੀਏਸ਼ਨ ਮੀਨਸ ਖਿਆਨਤ, ਜਿਵੇਂ ਪੰਜਾਬੀ 'ਚ ਕਿਹਾ ਜਾਂਦਾ ਅਮਾਨਤ 'ਚ ਖਿਆਨਤ ਕਰਨੀ, ਕਿਸੇ ਦੀ ਚੀਜ਼, ਕਿਸੇ ਦੀ ਪ੍ਰੋਪਰਟੀ ਜਾਂ ਪੈਸਾ ਜਿਹੜਾ ਹੈ ਉਹਨੂੰ ਇੱਧਰ ਉੱਧਰ ਕਰ ਦੇਣਾ, ਦੈਟ ਇਜ਼ ਮਿਸ ਐਪਰੋਪ੍ਰੀਏਸ਼ਨ ਆਫ ਫੰਡਸ ਵੀ ਕੈਨ ਸੇ। ਨੈਕਸਟ ਹੈ ਮਿਸਲੇਨੀਅਸ ਮੀਨਸ ਫੁਟਕਲ, ਛੋਟੇ ਮੋਟੇ ਨਿੱਕੇ ਮੋਟੇ, ਕਿ ਜੇ ਅਸੀਂ ਖਰਚਾ ਦਾ ਹਿਸਾਬ ਕਿਤਾਬ ਕਰੀਏ ਕਿ ਹੈਲਥ 'ਤੇ ਸਾਡਾ ਇਹ ਖਰਚਾ ਹੋ ਰਿਹਾ, ਐਜੂਕੇਸ਼ਨ 'ਤੇ ਇਹ ਖਰਚਾ ਹੋ ਰਿਹਾ, ਹੋਰ ਨਿੱਕੇ ਮੋਟੇ ਖਰਚੇ ਕਰਦੇ ਹੁੰਦੇ ਆ, ਉਹਨਾਂ ਨੂੰ ਅਸੀਂ ਕਹਿ ਦਿੰਦੇ ਹਾਂ ਮਿਸਲੇਨੀਅਸ। ਕਰਦੇ ਆ, ਆਫਿਸ ਦੇ ਆ, ਦੇਸ਼ ਦੇ ਆ, ਜਿੱਥੇ ਵੀ ਹੈ ਮੀਨਸ। ਨੈਕਸਟ ਹੈ ਬੱਚਿਓ ਮੋਡੀਫਿਕੇਸ਼ਨ। ਮੋਡੀਫਿਕੇਸ਼ਨ ਮੀਨਸ ਤਰਮੀਮ ਜਾਂ ਸੋਧ, ਕਿਸੇ ਚੀਜ਼ ਨੂੰ ਮੋਡੀਫਾਈ ਕਰਨਾ, ਉਹਦੇ ਵਿੱਚ ਜੋ ਤਰੁੱਟੀ ਸੀ, ਜੋ ਕਮੀ ਸੀ, ਉਹਨੂੰ ਦੂਰ ਕਰਕੇ ਫਿਰ ਤੋਂ ਜਿਹੜਾ ਹੈ ਸੋਧ ਦੇਣਾ, ਠੀਕ ਕਰ ਦੇਣਾ। ਨੈਕਸਟ ਹੈ ਨੋਮੀਨੇਟ, ਨਾਮਜ਼ਦ ਕਰਨਾ। ਤੁਸੀਂ ਸੁਣਿਆ ਹੋਣਾ ਕਿ ਫਲਾਣੇ ਕੈਂਡੀਡੇਟ ਨੋਮੀਨੇਟ ਹੋਏ ਆ ਨਾ ਇਲੈਕਸ਼ਨਸ ਵਾਸਤੇ, ਮਤਲਬ ਉਹਨਾਂ ਦੇ ਨਾਮ ਜਿਹੜੇ ਫਾਰਵਰਡ ਕੀਤੇ ਗਏ, ਦੇ ਆਰ ਨੋਮੀਨੇਟਡ, ਨਾਮਜ਼ਦ ਪੰਜਾਬੀ 'ਚ ਅਸੀਂ ਇਹਨੂੰ ਕਹਿੰਦੇ ਹਾਂ। ਨੋ ਕਮੈਂਟ ਅਸੀਂ ਪਹਿਲਾਂ ਵੀ ਕਰ ਦਿੱਤਾ ਕਿ ਅਸੀਂ ਕਿ ਕੋਈ ਟਿੱਪਣੀ ਨਹੀਂ ਹੈ। ਜਦੋਂ ਕੋਈ ਕਮੈਂਟ ਦੇਣ ਨੂੰ ਨਾ ਹੋਵੇ ਅਧਿਕਾਰੀਆਂ ਕੋਲ ਤਾਂ ਉਹ ਫਾਈਲ 'ਤੇ ਮੈਨਸ਼ਨ ਕਰ ਸਕਦੇ ਕਿ ਨੋ ਕਮੈਂਟ। ਨੈਸੈਸਰੀ ਐਕਸ਼ਨ ਮੀਨਸ ਲੋੜੀ ਦੀ ਕਾਰਵਾਈ, ਕਿ ਲਾਈਕ ਕਿਸੇ ਨੇ ਅਧਿਕਾਰੀ ਨੇ ਸਾਨੂੰ ਆਪਾਂ ਕਹੀਏ ਕਿ ਇੰਸਟਰਕਸ਼ਨ ਦੇਣੀ ਹੈ ਕਿ ਨੈਸੈਸਰੀ ਐਕਸ਼ਨ ਜਿਹੜਾ ਹੈ ਇਸ 'ਤੇ ਲਿਆ ਜਾਵੇ, ਯਾਨੀ ਕਿ ਲੋੜੀ ਦੀ ਕਾਰਵਾਈ ਕੀਤੀ ਜਾਵੇ। ਨਾਨ ਆਫੀਸ਼ੀਅਲ ਮਤਲਬ ਗੈਰ ਸਰਕਾਰੀ ਜਾਂ ਗੈਰ ਦਫ਼ਤਰੀ, ਅਸੀਂ ਜਿਹਨੂੰ ਕਹਿ ਸਕਦੇ ਹਾਂ ਕੁਛ ਕੰਮ ਆਫੀਸ਼ੀਅਲੀ ਅਸੀਂ ਕਰਦੇ ਹਾਂ, ਕੁਛ ਨਾਨ ਆਫੀਸ਼ੀਅਲ ਵਰਕ ਜਿਹੜਾ ਹੈ ਸਾਨੂੰ ਦਿੱਤਾ ਜਾ ਸਕਦਾ ਹੈ। ਨੈਕਸਟ ਹੈ ਬੱਚੇ ਨੋਟਡ ਮੀਨਸ ਨੋਟ ਕੀਤਾ, ਤੁਹਾਨੂੰ ਕੋਈ ਸਰਕੂਲਰ ਆਇਆ, ਤੁਸੀਂ ਨੀਚੇ ਮੈਨਸ਼ਨ ਕਰਤਾ ਨੋਟਡ। ਨੈਕਸਟ ਹੈ ਨੋਟੀਫਿਕੇਸ਼ਨ, ਅਧਿਸੂਚਨਾ, ਕੋਈ ਵੀ ਸੂਚਨਾ ਜਾਰੀ ਕੀਤੀ ਜਾਂਦੀ ਹੈ, ਨੋਟੀਫਿਕੇਸ਼ਨ। ਆਫਿਸ ਆਰਡਰ, ਦਫ਼ਤਰੀ ਹੁਕਮ, ਕਿ ਦਫ਼ਤਰ ਦੇ ਹੁਕਮ ਨੇ, ਆਫਿਸ ਆਰਡਰਸ ਨੇ। ਆਫੀਸ਼ੀਅਲ ਕੋਰਸਪੋਂਡੈਂਸ, ਦਫ਼ਤਰੀ ਪੱਤਰ ਵਿਵਹਾਰ, ਕੁਝ ਸਾਡੇ ਨਿੱਜੀ ਪੱਤਰ ਵਿਵਹਾਰ ਹੁੰਦਾ ਹੈ ਜੋ ਦਫ਼ਤਰ ਦੇ ਰਾਹੀਂ, ਅਧਿਕਾਰੀਆਂ ਦੇ ਰਾਹੀਂ ਅਧਿਕਾਰਿਕ ਤੌਰ 'ਤੇ ਕੀਤਾ ਜਾਂਦਾ ਹੈ, ਆਫੀਸ਼ੀਅਲ ਕੋਰਸਪੋਂਡੈਂਸ। ਨੈਕਸਟ ਹੈ ਆਫੀਸ਼ੀਏਟਿੰਗ ਅਲਾਊਂਸ, ਕਾਇਮ ਮੁਕਾਮੀ ਭੱਤਾ। ਕਾਇਮ ਮੁਕਾਮੀ ਭੱਤਾ ਮੀਨਸ ਮੰਨ ਲਓ ਕੋਈ ਸਕੂਲ ਦੇ ਵਿੱਚ ਅਧਿਆਪਕ ਹੈ, ਆਫੀਸ਼ੀਏਟ ਕਰਨਾ ਹੁੰਦਾ ਆਰਜ਼ੀ ਤੌਰ 'ਤੇ ਕੋਈ ਕੰਮ ਕਰਨਾ। ਮੰਨ ਲਓ ਸਕੂਲ ਦੇ ਵਿੱਚ ਕੋਈ ਅਧਿਆਪਕ ਹੈ ਤਾਂ ਉਹ ਥੋੜ੍ਹੇ ਸਮੇਂ ਲਈ ਪ੍ਰਿੰਸੀਪਲ ਛੁੱਟੀ 'ਤੇ ਗਿਆ ਹੈ ਜਾਂ ਕੋਈ ਚੇਂਜ ਹੋਈ ਆ, ਤਾਂ ਉਹ ਅਧਿਆਪਕ ਜਿਹੜਾ ਹੈ ਪ੍ਰਿੰਸੀਪਲ ਦਾ ਕੰਮ ਵੀ ਸਾਂਭ ਰਿਹਾ ਹੈ, ਤਾਂ ਅਸੀਂ ਕਹਿ ਦਾਂਗੇ ਕਿ ਆਫੀਸ਼ੀਏਟਿੰਗ ਪ੍ਰਿੰਸੀਪਲ ਹੈ ਜਾਂ ਉਹ ਆਫੀਸ਼ੀਏਟ ਕਰ ਰਿਹਾ ਹੈ। ਅਤੇ ਜਿਹੜੀ ਕਮੇਟੀ ਹੈ ਬਦਲੇ ਵਿੱਚ ਉਹਨੂੰ ਕੁਛ ਪੈਸਾ ਦੇ ਰਹੀ ਹੈ, ਉਹਨੂੰ ਅਧਿਆਪਕ ਦੀ ਤਨਖਾਹ ਤਾਂ ਮਿਲ ਹੀ ਰਹੀ ਹੈ, ਕੁਛ ਐਕਸਟਰਾ ਮਨੀ ਮਿਲ ਰਹੀ ਹੈ ਕਿਉਂਕਿ ਉਹ ਪ੍ਰਿੰਸੀਪਲ ਦਾ ਕੰਮ ਵੀ ਦੇਖ ਰਿਹਾ ਹੈ, ਤਾਂ ਉਹਨੂੰ ਅਸੀਂ ਕਹਾਂਗੇ ਕਿ ਇਹ ਉਹਦਾ ਆਫੀਸ਼ੀਏਟਿੰਗ ਅਲਾਊਂਸ ਹੈ। ਨੈਕਸਟ ਹੈ ਬੱਚੋ ਆਊਟ ਟੂਡੇ, ਅੱਜ ਹੀ ਭੇਜੇ ਜਾਣ, ਮਤਲਬ ਅੱਜ ਹੀ ਭੇਜੇ ਗਏ, ਯਾਨੀ ਕਿ ਆਊਟ ਟੂਡੇ, ਅੱਜ ਭੇਜੇ ਗਏ। ਕੋਈ ਲੈਟਰ ਹੈ, ਕੋਈ ਪੋਸਟ ਡਿਸਪੈਚ ਕਰਨੀ ਹੈ ਉਹਨਾਂ ਨੇ, ਤਾਂ ਉਹਦੇ ਬਾਰੇ ਉਹ ਆਮ ਤੌਰ 'ਤੇ ਇਹੋ ਕਮੈਂਟਸ ਜਿਹੜੇ ਦਿੰਦੇ ਆ, ਕੋਈ ਚੈੱਕਸ ਹੋ ਸਕਦੇ ਆ, ਮਤਲਬ ਕੁਛ ਵੀ ਲਾਈਕ ਦਫ਼ਤਰੀ ਕੰਮ ਦੇ ਨਾਲ ਰਿਲੇਟਡ। ਨੈਕਸਟ ਹੈ ਪੈਂਡਿੰਗ, ਲਟਕਿਆ ਹੋਇਆ, ਵਿਲੰਬਿਤ, ਜਿਹੜਾ ਹਾਲੇ ਕੰਮ ਨਾ ਹੋਇਆ ਹੋਵੇ, ਜਿਹੜਾ ਇਨ ਪ੍ਰੋਸੈਸ ਹੋਵੇ, ਆਪਾਂ ਕਹਿੰਦੇ ਸਾਡੇ ਇਹ ਕੰਮ ਪੈਂਡਿੰਗ ਹੈ। ਪੇਪਰ ਅੰਡਰ ਕੰਸੀਡਰੇਸ਼ਨ, ਵਿਚਾਰ ਅਧੀਨ ਪੱਤਰ, ਮਤਲਬ ਕਿਸੇ ਕੋਈ ਡਾਕੂਮੈਂਟ ਹੈ ਜਿਸ 'ਤੇ ਹਾਲੇ ਵਿਚਾਰ ਚਰਚਾ ਚੱਲ ਰਹੀ ਹੈ, ਆਪਾਂ ਕਹਿੰਦੇ ਕਿ ਅੰਡਰ ਕੰਸੀਡਰੇਸ਼ਨ ਹੈ, ਇਹਦੇ ਬਾਰੇ ਸੋਚਿਆ ਜਾ ਰਿਹਾ ਹੈ। ਨੈਕਸਟ ਹੈ ਪੇ ਬਿੱਲ, ਤਨਖਾਹ ਬਿੱਲ, ਕਿਸੇ ਦਫ਼ਤਰ, ਕਿਸੇ ਸੰਸਥਾ ਦਾ ਅਧਿਕਾਰੀ ਹੈ, ਕਰਮਚਾਰੀ ਹੈ, ਉਹਨਾਂ ਦੀ ਤਨਖਾਹ ਲਈ ਇੱਕ ਕੈਲਕੂਲੇਸ਼ਨ ਕੀਤੀ ਜਾਂਦੀ ਹੈ, ਇੰਨੇ ਵਰਕਿੰਗ ਡੇਜ਼ ਸੀ, ਇੰਨੀ ਸੈਲਰੀ ਹੈ, ਇੰਨੀਆਂ ਛੁੱਟੀਆਂ ਹੋਈਆਂ, ਇੰਨੀ ਬਣੇਗੀ, ਤਾਂ ਫਿਰ ਉਹ ਮਤਲਬ ਅਮਾਊਂਟ ਜਿਹੜੀ ਹੈ ਉਹਨਾਂ ਦੇ ਜਿਹੜੀ ਹੈ ਅਕਾਊਂਟ ਦੇ ਵਿੱਚ ਆਏਗੀ। ਤਾਂ ਉਹ ਸਾਰਾ ਹਿਸਾਬ ਕਿਤਾਬ ਜਿਹੜੇ ਕਾਗਜ਼ 'ਤੇ ਹੁੰਦਾ ਉਹ ਡਾਕੂਮੈਂਟ ਨੂੰ ਕਹਿੰਦੇ ਪੇ ਬਿੱਲ, ਕਿ ਪੇ ਬਿੱਲ ਤਿਆਰ ਹੋ ਗਿਆ, ਹੁਣ ਤਨਖਾਹ ਤੁਹਾਨੂੰ ਜਿਹੜੀ ਹੈ ਮਿਲ ਜਾਏਗੀ। ਪੇ ਸਕੇਲ ਮੀਨਸ ਵੇਤਨਮਾਨ, ਕਿ ਇੰਨੀ ਪੇ ਤੁਹਾਨੂੰ ਦਿੱਤੀ ਜਾਏਗੀ। ਪੈਂਡਿੰਗ ਡਿਸੀਜ਼ਨ,
फैसला होने तक, निपटारे तक, या फैसला विलंबित है, फैसला हले मतलब कोई डिसीजन है जिहड़ा हले नहीं गया लिया गया, आप कहने कि पेंडिंग है। परसनल फाइल, निजी मिसल, आप फाइल का मीनिंग पंजाबी च आप फाइल का किया कि फाइल में मिसल कहते हैं, तो परसनल हो गया निजी। नैक्सट है प्लीज़ डिस्कस, विचार वटांदरा किया जाए। कोई भी फैसला लेना है वो बारे अधिकारियों ने सानू कहना है कि इन्हूं डिस्कस करके नवेड़ो, तो असीं कह सकते प्लीज़ डिस्कस, ਉਹਦਾ कमेंट ਜਿਹੜੇ ਇਹਦੇ 'ਚ हो सकते हैं। नैक्सट है प्लीज़ एक्सपीडाइट, मीनस जल्दी खत्म करो इनू, जो इस तरह के कोई ऑर्डरस होन तो उत्थे एक कमेंट होएगा प्लीज़ एक्सपीडाइट। नैक्सट है प्लीज़ स्पीक, गल करो, सिंपल है। प्रिस्क्राइब फॉर्म, निर्धारित फॉर्म, प्रिस्क्राइब निर्धारित फॉर्म मीनस फॉर्म। पोस्ट असामी, यानी कि कोई नौकरी लिए खाली थां। नैक्सट है बच्चों प्रोबेशन, आजमाइश, मीनस एक अधिकारी जो भी किसी कर्मचारी नूं नौकरी मिलती है तो कुछ समा उन्होंने चैक किया जाता है कि यह इस नौकरी लिए जोड़ा है योग है, तो उन्होंने कह दिता जाता है कि यदा प्रोबेशन पीरियड है। लाइक टीचर आया कोई, उन्होंने कह दिता जाता है कि फॉर 1 ईयर इट विल बी योर प्रोबेशन पीरियड, यू विल बी वर्क एज प्रोबेशनरी टीचर। तो फिर की होएगा कि मतलब ये टर्म्स एंड कंडीशनस होंदियां कि 1 साल दे विच तुहाडा वर्क सैटिस्फाइड नहीं लगता, सानू सैटिस्फैक्टरी नहीं लगता मीनस, तो असीं तुहानूं रिलीव भी कर सकते हैं। मीनस फिर वो ये हक नहीं बन जाता कि वह उत्थे बनिया रहे तो वो वास्ते लड़ाई करे। प्रोसीजर, कारजविधि, पूरा प्रोसैस जिहदे राहीं कोई काम किया जाता है। प्रमोशन, तरक्की करना, तरक्की मिलनी, आप कहने फलाने की प्रमोशन हुई, हुण इस पोस्ट पर आ गया। रीअकरिंग, आवर्ती यानी कि वार वार होना। नैक्सट है रिफंड, कोई रकम वापसी, तुसी कुछ फीस भरी, कुछ किया, टैसट कैंसिल हो गया, तो आप कहने कि मैनूं फीस रिफंड मिल गई, ठीक है, यानी कि वापस मिल गई। नैक्सट है बच्चों रीइनस्टेटमेंट, इतने नज़र नहीं आ रहा, बहाली, ठीक है। नैक्सट है रिमाइंडर, रिमाइंडर हुंदा है याद पत्तर उही कि किसी नूं रिमाइंड करवाना किसी चीज़ की। रेजिगनेशन मीनस त्याग पत्र, अपने काम तो जवाब दे देना, अपना नौकरी का त्याग कर देना, तो वो जो रिटन डॉक्यूमेंट दिता जाता है उन्हें कहते कि ये रेजिगनेशन है, इस्तीफा है। अगला शब्द है बच्चों रीट्रेंचमेंट, मीनस छांटी करनी। जदों कई बारी फर्म नूं कोई घाटा पै रहा हुंदा है, उन्हें इंपलॉयज़ की जरूरत नहीं होंदी, तो फिर वो कुछ कर्मचारियों नौकरी तो हटा देने, उन्हें कहते रिट्रेंचमेंट यानी कि छांटी करनी। नैक्सट है बच्चों रिटर्नस, यानी कि विवरण, मीनस डिटेल देनी, आप कहने कि इनकम टैक्स रिटर्न भरिया उन्होंने, तो अपनी सैलरी डिटेल दे के जो टैक्स बनता है वो बारे सारा कुछ बना के डिटेल्स फिर जी है उन्होंने सबमिट किया जाता है। नैक्सट है रफ कॉपी, बहुत चंगी तरह तुहानूं पता है, कुछ आरजी तौर पर तैयार करना, कच्चा खरड़ा जिन्होंने कह दिता जाता है। रूल एंड रेगूलेशन, वेरी कॉमन वर्ड फॉर यू पीपल, नियम ते विनियम, ठीक है। नैक्सट है रेम्यूनरेशन, तनख्वाह या मेहनताना, किसी काम के बदले मिलने वाला जो कुछ पैसा है उन्होंने रेम्यूनरेशन कह दिता जाता है। रिलीवड, भार मुक्त करना, किसी काम तो जोड़ा है अगले नूं वेला करना कि फलाने नूं नौकरी तो रिलीव कर दिता है, ठीक है। नैक्सट है रिजर्व, राखवा, कुछ चीज़ां जिवें कुछ मनी है किसी दफ्तर की उन्होंने रिजर्व दे विच रखी हुई है, जरूरत जिवें हुण अजकल गल करिए तो स्कूल्स कोल कुछ रिजर्व फंड्स होणगे जिहड़े इस वेले वरत के अपने कर्मचारियों नूं वो तनख्वाह दे रहे होणगे, ठीक है। नैक्सट है सैटिस्फैक्टरी, संतोषजनक, आप कहने वह वर्क एंड कंडक्ट सैटिस्फैक्टरी है, संतोषजनक है, ठीक है। सर्विस मतलब सेवा। नैक्सट है सैंक्शन, मंजूरी या प्रवानगी कि लीव मेरी सैंक्शन होगी, मैं लीव लिखी सी, प्रिंसिपल सर ने मेरी लीव सैंक्शन करती है, वर्ड से अक्सर यूज़ करते हैं। सर्विस बुक, सेवा पत्र, हर मुलाजम की एक सर्विस बुक होंगी है जिहदे सर्विस नाल संबंधित डिटेल्स होंदियां। नैक्सट है सबमिटेड फॉर इन्फॉर्मेशन, सूचना हित पेश है कि कोई असी डॉकूमेंट सूचना देने वास्ते सबमिट किया है। नैक्सट है बच्चे सबॉर्डीनेट स्टाफ, अधीन अमला, एक जिवें हैड क्लर्क है तो वो नाल वाले बाकी जोड़े होंगे क्लर्क्स ते होर कर्मचारी वो सबॉर्डीनेट स्टाफ हो गया, वो अंडर काम करते हैं। सस्पेंशन, मुअत्तली, किसी काम तो ख़त्म कर देना, सस्पेंड कर देना, दैट इज़ कॉल्ड सस्पेंशन फ्रॉम वर्क। टैंपरेरी
ਟੈਂਪਰੇਰੀ ਅਪੁਆਇੰਟਮੈਂਟ ਆਰਜ਼ੀ ਨਿਯੁਕਤੀ ਲਾਈਕ ਕਰੋਨਾ ਪੀਰੀਅਡ ਦੇ ਵਿੱਚ ਬਹੁਤ ਸਾਰੇ ਹੈਲਥ ਵਰਕਰਸ ਜਿਹੜੇ ਹੈ ਜਾਂ ਬਹੁਤ ਸਾਰੇ ਡਾਕਟਰਸ ਹੈ ਉਹਨਾਂ ਨੂੰ ਟੈਂਪਰੇਰੀ ਅਪੁਆਇੰਟ ਕੀਤਾ ਜਾ ਰਿਹਾ ਹੋਵੇ ਆਪਾਂ ਤਾਂ ਕਿ ਕਰੋਨਾ ਤੋਂ ਬਾਅਦ ਜ਼ਰੂਰੀ ਨਹੀਂ ਉਹਨਾਂ ਨੂੰ ਕੰਟੀਨਿਊ ਕੀਤਾ ਜਾਵੇ, ਪਰ ਹਾਂ ਇਹ ਸਰਕਾਰ ਵੱਲੋਂ ਜਿਵੇਂ ਵਾਅਦਾ ਕੀਤਾ ਜਾਂਦਾ ਕਿ ਉਹਨੂੰ ਪ੍ਰੈਫਰੈਂਸ ਜ਼ਰੂਰ ਦਿੱਤੀ ਜਾਏਗੀ। ਟੈਂਪਰੇਰੀ ਅਪੁਆਇੰਟਮੈਂਟ ਆਰਜ਼ੀ ਥੋੜ੍ਹੇ ਸਮੇਂ ਲਈ ਕੱਚੀ ਨਿਯੁਕਤੀ ਥਰੂ ਪ੍ਰੋਪਰ ਚੈਨਲ ਯੋਗ ਪ੍ਰਣਾਲੀ ਦੁਆਰਾ ਕੁਛ ਨਿਯੁਕਤੀਆਂ ਹੁੰਦੀਆਂ ਨੇ ਡਾਇਰੈਕਟ ਮੈਂ ਐਪਲੀਕੇਸ਼ਨ ਦੇਵਾਂ ਮੇਰੀ ਡਾਇਰੈਕਟ ਭਰਤੀ ਹੋਵੇ, ਕੁਛ ਹੁੰਦਾ ਕਿ ਮੇਰਾ ਡਿਪਾਰਟਮੈਂਟ ਜਿਹੜਾ ਹੈ ਮੇਰੇ ਲਈ ਕਰੇ ਉਸ ਚੀਜ਼ ਨੂੰ, ਤਾਂ ਉਹ ਮੇਰਾ ਥਰੂ ਪ੍ਰੋਪਰ ਚੈਨਲ ਹੋ ਗਿਆ, ਯਾਨੀ ਕਿ ਮੇਰੇ ਡਿਪਾਰਟਮੈਂਟ ਦੁਆਰਾ ਮੇਰੇ ਆਫਿਸ ਦੁਆਰਾ ਮੇਰੀ ਨਿਯੁਕਤੀ ਵਾਸਤੇ ਅਪਲਾਈ ਕੀਤਾ ਗਿਆ। ਟਾਈਮ ਬਾਰਡ ਜਦੋਂ ਕਿਸੇ ਕੰਮ ਨੂੰ ਕਰਨ ਦਾ ਸਮਾਂ ਖਤਮ ਹੋ ਜਾਂਦਾ ਹੈ, ਮਿਆਦ ਪੁੱਗੀ ਜਿਹਨੂੰ ਕਹਿੰਦੇ ਕਿ ਟਾਈਮ ਬਾਰ ਹੋ ਗਿਆ। ਟਾਈਮ ਬਾਉਂਡ ਮਿਤੀਬੱਧ ਕੁਝ ਚੀਜ਼ਾਂ ਟਾਈਮ ਬਾਉਂਡ ਹੁੰਦੀਆਂ ਕਿ ਇੰਨੇ ਟਾਈਮ 'ਚ ਕੰਮ ਕਰਕੇ ਦੇਣਾ, ਟਾਈਮ ਬਾਉਂਡ। ਨੈਕਸਟ ਹੈ ਟੋਪ ਪ੍ਰਾਇਓਰਿਟੀ ਪਰਮ ਅਗੇਤ ਮੀਨਸ ਕਿਸੇ ਕੰਮ ਨੂੰ ਪਹਿਲ ਦੇ ਆਧਾਰ 'ਤੇ ਜਦੋਂ ਕਰਨ ਦੀ ਗੱਲ ਹੋਵੇ ਆਪਾਂ ਕਹਿੰਦੇ ਕਿ ਸਾਡੀ ਟੋਪ ਪ੍ਰਾਇਓਰਿਟੀ ਹੈ, ਤਾਂ ਸਕੂਲਸ ਦੇ ਵਿੱਚ ਅਕੈਡਮਿਕਸ ਸਾਡੀ ਟੋਪ ਪ੍ਰਾਇਓਰਿਟੀ ਹੈ, ਨਾਲ ਕੋ ਕਰਿਕੂਲਰ ਐਕਟੀਵਿਟੀਜ਼ ਵੀ ਹੋ ਸਕਦੀਆਂ ਨੇ। ਟੋਪ ਸੀਕ੍ਰੇਟ ਅਤੇ ਗੁਪਤ ਬਹੁਤ ਕੌਨਫੀਡੈਂਸ਼ੀਅਲ ਜਿਹੜੀ ਗੱਲ ਕਿਸੇ ਨਾਲ ਸ਼ੇਅਰ ਨਾ ਕਰਨੀ ਹੋਵੇ। ਨੈਕਸਟ ਹੈ ਟਰੂ ਕਾਪੀ ਅਸਲੀ ਕਾਪੀ। ਨੈਕਸਟ ਹੈ ਅਰਜੈਂਟ ਮਤਲਬ ਇੱਕ ਜ਼ਰੋਕਸ ਹੋ ਸਕਦੀ ਹੈ, ਇੱਕ ਟਰੂ ਹੋ ਸਕਦੀ ਹੈ। ਅਰਜੈਂਟ ਜ਼ਰੂਰੀ ਤੁਹਾਨੂੰ ਪਤਾ ਹੀ ਹੈ। ਵਿਦ ਅਫੈਕਟ ਫਰੋਮ ਮਤਲਬ ਇੱਥੋਂ ਇਸ ਮਿਤੀ ਤੋਂ ਵਿਦ ਅਫੈਕਟ ਫਰੋਮ ਟੂਡੇ ਵੀ ਆਰ ਗੋਇੰਗ ਟੂ ਡੂ ਦਿਸ ਐਂਡ ਦੈਟ। ਨੈਕਸਟ ਹੈ ਵਿਦ ਰੈਫਰੈਂਸ ਟੂ ਦੇ ਸੰਬੰਧ ਵਿੱਚ ਪਹਿਲਾਂ ਕੋਈ ਗੱਲ ਹੋਈ ਹੈ ਵਿਦ ਰੈਫਰੈਂਸ ਟੂ ਦਿਸ ਵੀ ਆਰ ਗੋਇੰਗ ਟੂ ਡੂ ਦਿਸ ਵੀ ਵਨ ਸੇ ਦਿਸ ਵੀ ਵਨ ਕਨਵੇ ਦਿਸ ਲਾਈਕ ਦਿਸ ਮਤਲਬ ਇਸ ਦੇ ਸੰਬੰਧ ਵਿੱਚ ਕੋਈ ਪਹਿਲਾਂ ਤੋਂ ਗੱਲ ਕੀਤੀ ਜਾ ਰਹੀ ਹੈ ਔਰ ਇਸ ਸੰਬੰਧ ਅੱਗੇ ਕੋਈ ਇਨਫੋਰਮੇਸ਼ਨ ਸੂਚਨਾ ਜਾਰੀ ਕੀਤੀ ਜਾਵੇ। ਰਾਈਟ ਆਫ ਵੱਟੇ ਖਾਤੇ ਪਾਉਣਾ, ਮੰਨ ਲਓ ਮੈਂ ਕਿਸੇ ਨੂੰ ਲੋਨ ਦਿੱਤਾ ਹੈ, ਮੈਨੂੰ ਵਾਪਸ ਨਹੀਂ ਆ ਰਿਹਾ, ਮੈਂ ਲਿਖਤ ਦੇ ਵਿੱਚ ਮਤਲਬ ਮੈਨੂੰ ਉਮੀਦ ਹੀ ਹੈ ਨਹੀਂ, ਤਾਂ ਮੈਨੂੰ ਵੱਟੇ ਖਾਤੇ ਪਾ ਦਾਂ ਕਿ ਚਲੋ ਇਹਦਾ ਤਾਂ ਦੇਖੀ ਜਾਏਗੀ। ਰਾਈਟ ਆਫ ਵੱਟੇ ਖਾਤੇ ਪਾਉਣਾ। ਯੋਰਸ ਫੇਥਫੁਲੀ ਆਪ ਦਾ ਵਿਸ਼ਵਾਸ ਪਾਤਰ, ਤੁਸੀਂ ਅਕਸਰ ਯੋਰ ਸਿੰਸੀਅਰਲੀ ਇਹ ਵਰਡਸ ਤੁਸੀਂ ਆਪਣੀਆਂ ਲੈਟਰਸ ਦੇ ਵਿੱਚ ਅਕਸਰ ਹੀ ਲਿਖਦੇ ਹੋ। ਤਾਂ ਬੱਚੋ ਇਹ ਸੀ ਸਾਡੀ ਦਫ਼ਤਰੀ ਸ਼ਬਦਾਵਲੀ ਟੋਟਲ ਜਿਹੜੀ ਤੁਹਾਡੇ ਸਿਲੇਬਸ ਦੇ ਵਿੱਚ ਸ਼ਾਮਿਲ ਹੈ। ਪਲੀਜ਼ ਇਹਨਾਂ ਨੂੰ ਚੰਗੀ ਤਰ੍ਹਾਂ ਯਾਦ ਕਰੋ। 5 ਨੰਬਰ ਦੇ ਜਿਹੜੇ ਹੈ ਵਰਡ ਮੀਨਿੰਗ ਇਹ ਤੁਹਾਨੂੰ ਆਉਣਗੇ। ਆਪਣੇ ਘਰ ਰਹੋ, ਸੁਚੇਤ ਰਹੋ, ਸੁਰੱਖਿਅਤ ਰਹੋ। ਧੰਨਵਾਦ।